ਤੁਸੀਂ ਕਿੰਜ ਆਪਣੇ ਆਪ ਨੂੰ ਬਿਹਤਰੀ ਦੀ ਤਰਫ ਲੈ ਕੇ ਆਏ ਕਿਉਂਕਿ ਤੁਸੀਂ ਪੰਜਾਬੀ ਮੁਕਾਬਲਾ ਜਾਤ ਵਿੱਚ ਦੂਜੀ ਵਾਰੀ 골ਡ ਮੈਡਲ ਹਾਸਿਲ ਕਰ ਲਿਆ। ਇਹਦੇ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ? ਤੁਹਾਨੂੰ ਜੀ ਮੁਸਤਕਿਲ ਮਿਜ਼ਾਜੀ ਬਹੁਤ ਜ਼ਰੂਰੀ ਹੈ। ਤੁਸੀਂ ਜਦੋਂ ਲਿਖਣਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਕੋਈ ਨਾ ਕੋਈ ਉਸਤਾਦ ਹੋਣਾ ਚਾਹੀਦਾ ਹੈ। ਇਹਨੂੰ ਤੁਸੀਂ ਵਿਖਾਓ, ਆਪਣੀ ਇਸਲਾਹ ਕਰਵਾਓ ਕਿ ਮੈਂ ਲਿਖਿਆ ਜੀ, ਆਪਣਾ ਕੋਈ ਸੀਨੀਅਰ ਦੇ ਹੋਵੇ ਤੁਹਾਡਾ। ਇਹ ਨਾ ਹੋ ਕਿ ਮੈਂ ਹੀ ਮੈਂ ਹਾਂ ਜੀ, ਕੁਛ ਹੋਰ ਨਹੀਂ ਹੈ। ਨਹੀਂ, ਅਗਰ ਮਹਿਫੂਜ਼ ਸਾਹਿਬ ਕਹਿੰਦੇ ਨੇ ਕਿ ਜਿਹੜੀ ਸ਼ਾਇਰੀ ਹੈ ਉਹ ਦੋ ਚੀਜ਼ਾਂ ਦੀ ਪ੍ਰੋਡਕਟ ਹੈ, ਇੱਕ ਮੁਸ਼ਾਹਿਦਾ, ਇੱਕ ਤਜਰਬਾ। ਇਹਦਾ ਮੁਸ਼ਾਹਿਦਾ ਬਹੁਤ ਅੱਛਾ ਹੈ ਨਾ, ਉਹ ਬਹੁਤ ਅੱਛਾ ਲਿਖੇਗਾ। अस्सलाम वालेकुम, मैं ਤੁਹਾਡਾ ਮੇਜ਼ਬਾਨ ਹਮਜ਼ਾ ਜ਼ੇਬ ਹਾਂ ਤੇ ਸਾਡੇ ਨਾਲ ਅੱਜ ਬੜੇ ਖਾਸ ਗੈਸਟ ਮੌਜੂਦ ਨੇ ਸਟੂਡੀਓ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਤਾਰਫ ਦੀ ਜ਼ਰੂਰਤ ਨਹੀਂ ਹੈਗੀ। ਮੈਂ ਗੱਲ ਕਰ ਰਿਹਾ MS ਬਜ਼ਮੀ ਦੀ, ਜਿਹੜੇ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਨੇ ਔਰ ਖਾਸ ਕਰ ਰਾਈਟਰ ਨੇ, ਅਦੀਬ ਨੇ ਔਰ ਬੜਾ ਸੋਹਣਾ ਲਿਖਦੇ ਨੇ। ਔਰ ਇਹਦੇ ਇਲਾਵਾ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਮੁਕਾਬਲਾ ਜਾਤ ਜਿਹੜੇ ਖਾਸ ਕਰ ਪੰਜਾਬੀ ਵਿੱਚ ਹੋਏ ਨੇ ਉਹਨਾਂ ਦੇ ਵਿੱਚ ਦੂਜੀ ਵਾਰ 골ਡ ਮੈਡਲ ਹਾਸਿਲ ਕੀਤਾ ਹੈ। ਤੇ ਵਕਤ ਨੂੰ ਜ਼ਾਇਆ ਨਹੀਂ ਕਰਾਂਗੇ, ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰਨੇ ਆ। ਬਜ਼ਮੀ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਤੁਹਾਡਾ, ਧੰਨਵਾਦ। ਤੁਸੀਂ ਸਾਨੂੰ ਇਨਵਾਈਟ ਕੀਤਾ ਹੈ, ਬੁਲਾਇਆ ਹੈ। ਕਾਸਿਮ ਅਲੀ ਸ਼ਾਹ ਫਾਊਂਡੇਸ਼ਨ ਦਾ ਬਹੁਤ ਸ਼ੁਕਰੀਆ। ਔਰ ਮੈਂ ਖਾਸ ਤੌਰ 'ਤੇ ਬਿਲਾਲ ਮੁਗਲ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ। ਠੀਕ ਹੈ ਬਜ਼ਮੀ ਸਾਹਿਬ, ਮੈਨੂੰ ਇਹ ਦੱਸੋ ਤੁਹਾਡੇ ਸਫ਼ਰ ਦਾ ਆਗਾਜ਼ ਕਿੰਝ ਹੁੰਦਾ ਹੈ? ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ, ਫਿਰ ਤੁਸੀਂ ਇਹ ਮੁਕਾਬਲਾ ਜਾਤ ਵਿੱਚ ਵੀ ਹਿੱਸਾ ਲੈਂਦੇ ਰਹੇ ਹੋ। ਕਿੰਝ ਤੁਸੀਂ ਆਪਣੇ ਸਫ਼ਰ ਦਾ ਆਗਾਜ਼ ਕੀਤਾ? ਸਫ਼ਰ ਤਾਂ ਆਗਾਜ਼ ਦੀ ਨਿੱਕਾ ਜਿਹਾ ਸੀ ਮੈਂ, ਜਦੋਂ ਸਾਰੇ ਨਿੱਕੇ ਹੁੰਦੇ ਨੇ, ਲੇਕਿਨ ਮੈਂ ਨਿੱਕਾ ਜਿਹਾ ਸੀ ਤੇ ਮੇਰੇ ਵਾਲਿਦ ਸਾਹਿਬ ਜਿਹੜੇ ਮੇਰੇ ਉਸਤਾਦ ਨੇ, ਅੱਛਾ ਜੀ, ਮੇਰੇ ਪਹਿਲੇ ਉਸਤਾਦ ਮੇਰੇ ਵਾਲਿਦ ਸਾਹਿਬ ਨੇ, ਉਹ ਮੈਨੂੰ ਮੇਲੇ ਠੇਲੇ ਜਿਹੜੇ ਹੁੰਦੇ ਨੇ ਪਿੰਡਾਂ ਵਿੱਚ ਉਰਸ ਹੁੰਦੇ ਨੇ, ਉੱਥੇ ਲੈ ਕੇ ਜਾਂਦੇ ਤੇ ਕਹਿੰਦੇ ਚੱਲ ਬਈ ਬਜ਼ਮੀ ਇੱਥੇ ਬੋਲ। ਉਹਨਾਂ ਨੇ ਮੈਨੂੰ ਬੁਲਾਉਣਾ ਸ਼ੁਰੂ ਕੀਤਾ ਉੱਥੇ, ਉੱਥੋਂ ਫਿਰ ਮੇਰਾ ਆਗਾਜ਼ ਹੋਇਆ। ਫਿਰ ਮੈਂ ਮੈਟ੍ਰਿਕ ਜਦੋਂ ਆਇਆ ਤਾਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਕੁਛ ਲੋਕ ਕਹਿੰਦੇ ਨੇ ਮੈਂ ਬਹੁਤ ਪਹਿਲੇ ਲਿਖਣਾ ਸ਼ੁਰੂ ਕਰਤਾ, ਲੇਕਿਨ ਨਹੀਂ, ਮੈਂ ਮੈਟ੍ਰਿਕ ਸ਼ੁਰੂ ਕੀਤਾ। ਮੇਰਾ ਸਭ ਤੋਂ ਪਹਿਲੇ ਇੰਸਪੀਰੇਸ਼ਨ ਜਿਹੜੀ ਉਹ ਅਨਵਰ ਮਹਿਫੂਜ਼ ਸਾਹਿਬ ਨੇ, ਪੰਜਾਬੀ ਦੇ ਸ਼ਾਇਰ ਜਿਹੜੇ ਬੁਨੈਣ, ਜਿਨ੍ਹਾਂ ਨੇ ਬਹੁਤ ਨਜ਼ਮ ਮਸ਼ਹੂਰ, ਉਹ ਮੇਰੀ ਇੰਸਪੀਰੇਸ਼ਨ, ਉਹਨਾਂ ਤੋਂ ਮੈਂ ਇੰਸਪਾਇਰ ਹੋ ਕੇ ਲਿਖਣਾ ਸ਼ੁਰੂ ਕੀਤਾ। ਇੱਥੋਂ ਫਿਰ ਮੈਂ ਪੰਜਾਬ ਯੂਨੀਵਰਸਿਟੀ ਆਇਆ, ਫਿਰ ਪ੍ਰੋਫੈਸ਼ਨਲ, ਫਿਰ ਮੈਂ ਉੱਥੋਂ ਆਗਾਜ਼ ਕੀਤਾ ਆਪਣਾ। ਜਿਵੇਂ ਤੁਸੀਂ ਦੱਸਿਆ ਤੁਸੀਂ 10ਵੀਂ ਕਲਾਸ ਵਿੱਚ ਸੀ ਜਦੋਂ ਤੁਸੀਂ ਪਹਿਲੀ ਵਾਰ ਲਿਖਿਆ। ਤੁਸੀਂ ਪਹਿਲੀ ਵਾਰ ਕਿਹੜੀ ਨਜ਼ਮ ਲਿਖੀ ਸੀ? ਉਹ ਜਿਹੜੇ ਸਾਨੂੰ ਵੇਖਦੇ ਪਏ ਨੇ, ਪ੍ਰੋਗਰਾਮ ਦੇਖਦੇ ਪਏ ਨੇ, ਉਹਨਾਂ ਨੂੰ ਕੁਝ ਤੁਸੀਂ ਅਗਰ ਸੁਣਾਉਣਾ ਚਾਹੋ ਜੋ ਤੁਸੀਂ ਨਜ਼ਮ ਪਹਿਲੀ ਵਾਰ ਲਿਖੀ 10ਵੀਂ ਕਲਾਸ ਵਿੱਚ। ਨਹੀਂ, ਉਹ ਨਜ਼ਮ ਤਾਂ ਬਹੁਤ ਮੈਨੂੰ ਯਾਦ ਨਹੀਂ ਹੋਏਗੀ ਹੁਣ ਇਸ ਟਾਈਮ, ਲੇਕਿਨ ਕੁਝ ਸ਼ੇਰ ਸਨ ਉਹ, ਜਿਸ ਤਰ੍ਹਾਂ ਹਕੂਮਤ ਦੇ ਉੱਤੇ ਤਨਕੀਦ ਥੋੜ੍ਹੀ ਕੀਤੀ ਸੀ ਕਿ ਹਕੂਮਤੀ ਮੱਛਰ ਦੇ ਨਾਂ ਤੋਂ ਮੈਂ ਜ਼ਰਾ ਲਿਖੀ ਸੀ ਨਜ਼ਮ, ਲੇਕਿਨ ਮੈਨੂੰ ਪੂਰੀ ਯਾਦ ਨਹੀਂ ਹੈ। ਥੋੜ੍ਹੀ ਦੇਰ ਤੱਕ ਯਾਦ ਹੈ ਕਿ ਮੈਂ ਤੁਹਾਨੂੰ ਸੁਣਾਵਾਂਗਾ। ਠੀਕ ਹੈ। ਅੱਛਾ, ਉਹਦੇ ਬਾਅਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ, ਫਿਰ ਤੁਸੀਂ ਮੁਕਾਬਲਾ ਜਾਤ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਤੁਸੀਂ ਕਿੰਝ ਆਪਣੇ ਆਪ ਨੂੰ ਬਿਹਤਰੀ ਦੀ ਤਰਫ ਲੈ ਕੇ ਆਏ ਕਿਉਂਕਿ ਤੁਸੀਂ ਪੰਜਾਬੀ ਮੁਕਾਬਲਾ ਜਾਤ ਵਿੱਚ ਦੂਜੀ ਵਾਰੀ 골ਡ ਮੈਡਲ ਹਾਸਿਲ ਕਰ ਲਿਆ। ਇਹਦੇ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ? ਇਹਦੇ ਵਿੱਚ ਤੁਹਾਨੂੰ ਜੀ ਮੁਸਤਕਿਲ ਮਿਜ਼ਾਜੀ ਬਹੁਤ ਜ਼ਰੂਰੀ ਹੈ। ਤੁਸੀਂ ਜਦੋਂ ਲਿਖਣਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਕੋਈ ਨਾ ਕੋਈ ਉਸਤਾਦ ਹੋਣਾ ਚਾਹੀਦਾ ਹੈ। ਇਹਨੂੰ ਤੁਸੀਂ ਵਿਖਾਓ, ਆਪਣੀ ਇਸਲਾਹ ਕਰਵਾਓ ਕਿ ਮੈਂ ਲਿਖਿਆ ਜੀ, ਆਪਣਾ ਕੋਈ ਸੀਨੀਅਰ ਦੇ ਹੋਵੇ ਤੁਹਾਡਾ। ਇਹ ਨਾ ਹੋ ਕਿ ਮੈਂ ਹੀ ਮੈਂ ਹਾਂ ਜੀ, ਕੁਛ ਹੋਰ ਨਹੀਂ ਹੈ। ਨਹੀਂ, ਪਹਿਲੇ ਆਪਣੀ ਟ੍ਰੇਨਿੰਗ ਕਰੋ, ਆਪਣੇ ਉਸਤਾਦ ਨੂੰ ਵਿਖਾਓ, ਆਪਣਾ ਸੀਨੀਅਰ ਕੋਈ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਮੇਰੇ ਵਾਰਿਦ ਸਾਹਿਬ ਮੈਂ ਉਹਨੂੰ ਵਿਖਾਉਂਦਾ ਸੀ ਕਿ ਬਾਬਾ ਜੀ ਇਹ ਦੇਖੋ ਜੀ, ਉਹਨੇ ਕਿਹਾ ਠੀਕ ਹੈ ਜੀ। ਅਤੇ ਫਿਰ ਅੱਗੇ ਹੌਸਲਾ ਅਫਜ਼ਾਈ ਦੀ ਜ਼ਰੂਰਤ ਵੀ ਹੁੰਦੀ ਹੈ ਕਿ ਉਹ ਤੁਹਾਡਾ ਹੌਸਲਾ ਅਫਜ਼ਾਈ ਕਰੇ, ਫਿਰ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ। ਅਗਰ ਉਹ ਤੁਹਾਨੂੰ ਕਹਦੇ ਕਿ ਨਹੀਂ ਨਹੀਂ ਤੂੰ ਲਿਖ ਨਹੀਂ ਸਕਦਾ, ਤੂੰ ਕਰ ਹੀ ਨਹੀਂ ਸਕਦਾ, ਫਿਰ ਕਿੱਥੇ ਕਰਨਾ ਹੈ? ਇਸ ਤਰ੍ਹਾਂ ਫਿਰ ਨਿਜ਼ਾਮ ਚੱਲਦਾ ਹੈ। ਜਦੋਂ ਕੋਈ ਤੁਹਾਨੂੰ ਬੰਦਾ ਸਾਥ ਦੇਣ ਵਾਲਾ ਹੁੰਦਾ ਹੈ, ਪੂਰੀ ਸਪੋਰਟ ਹੁੰਦੀ ਹੈ, ਫਿਰ ਤੁਹਾਡੇ ਲਿਖਾਈ 'ਚ ਨਿਖਾਰ ਵੀ ਆਉਂਦਾ ਹੈ। ਫਿਰ ਤੁਹਾਨੂੰ ਦੋ ਚੀਜ਼ਾਂ ਹੁੰਦੀਆਂ ਨੇ। ਅਨਵਰ ਮਹਿਫੂਜ਼ ਸਾਹਿਬ ਕਹਿੰਦੇ ਨੇ ਕਿ ਜਿਹੜੀ ਸ਼ਾਇਰੀ ਹੈ ਉਹ ਦੋ ਚੀਜ਼ਾਂ ਦੀ ਪ੍ਰੋਡਕਟ ਹੈ, ਇੱਕ ਮੁਸ਼ਾਹਿਦਾ, ਇੱਕ ਤਜਰਬਾ। ਬਿਲਕੁਲ ਠੀਕ ਹੈ, ਠੀਕ ਹੈ। ਇੱਕ ਤਜਰਬਾ ਬੰਦਾ ਜ਼ਾਤੀ ਕਰਦਾ ਹੈ, ਇੱਕ ਮੁਸ਼ਾਹਿਦਾ, ਜਿੰਦਾ ਮੁਸ਼ਾਹਿਦਾ ਬਹੁਤ ਅੱਛਾ ਹੈ ਨਾ, ਉਹ ਬਹੁਤ ਅੱਛਾ ਲਿਖੇਗਾ। ਅਤੇ ਦੂਸਰੀ ਤਜਰਬਾ ਹੈ, ਤਜਰਬਾ ਤੁਹਾਡੇ ਨਾਲ ਆਪਣਾ ਹੁੰਦਾ ਹੈ, ਆਪਣੀ ਗੱਲ ਕਰੋਗੇ ਉਹ ਲੋਕਾਂ ਤੱਕ ਪਹੁੰਚੇਗੀ। ਖਾਸ ਕਰ ਤੁਸੀਂ ਪੰਜਾਬੀ ਦੇ ਵਿੱਚ ਦੂਜੀ ਵਾਰੀ 골ਡ ਮੈਡਲ ਜਿੱਤੇ ਹੈ। ਮੇਰੇ ਗੱਲ ਕਰਨ ਦਾ ਮਕਸਦ ਇਹ ਹੈਗਾ ਹੈ ਕਿ ਜਿਹੜੇ ਸੁਣਨਾ ਚਾਹ ਰਹੇ ਨੇ, ਦੇਖ ਰਹੇ ਨੇ ਸਾਨੂੰ, ਔਰ ਪੰਜਾਬੀ ਦੇ ਵਿੱਚ ਕੰਮ ਕਰਨਾ ਚਾਹ ਰਹੇ ਹਨ। ਖਾਸ ਕਰ ਪੰਜਾਬੀ ਵੀ ਸਾਡੀ ਜ਼ੁਬਾਨ ਹੈ, ਬਿਲਕੁਲ ਮਾਂ ਬੋਲੀ ਸਾਡੀ, ਬਿਲਕੁਲ ਇੰਝ ਹੈ। ਅਤੇ ਕਿਸ ਤਰ੍ਹਾਂ ਉਹ ਪੰਜਾਬੀ ਮੁਕਾਬਲਾ ਜਾਤ ਵਿੱਚ ਹਿੱਸਾ ਲੈ ਸਕਦੇ ਨੇ ਜਿਹੜੇ ਤਾਲਬ ਇਲਮ ਨੇ, ਜਿਹੜੇ ਇਹ ਪੜ੍ਹਦੇ ਪਏ ਨੇ, ਔਰ ਨਾਲ ਮੈਨੂੰ ਇਹ ਵੀ ਦੱਸਣਾ ਕਿ ਕਿਸ ਤਰ੍ਹਾਂ ਉਹ ਬਿਹਤਰੀ ਲਿਆ ਸਕਦੇ ਨੇ ਆਪਣੇ ਮੁਕਾਬਲਾ ਜਾਤ ਦੀ ਇਨ ਚੀਜ਼ਾਂ ਵਿੱਚ। ਅੱਛਾ, ਪਤਾ ਕੀ ਗੱਲ ਹੈ, ਹੁੰਦਾ ਇਸ ਤਰ੍ਹਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ, ਇਦਾਰੇ ਵੀ ਅਤੇ ਆਵਾਮ ਵੀ। ਨਹੀਂ ਕਿ ਤੁਸੀਂ ਬੜੇ ਸਕੂਲ ਦੇਖੇ ਹੋਣਗੇ, ਇੰਗਲਿਸ਼ ਮੀਡੀਅਮ, ਉਰਦੂ ਮੀਡੀਅਮ, ਪੰਜਾਬੀ ਮੀਡੀਅਮ ਕੋਈ ਵੀ ਨਹੀਂ ਹੈ। ਨਹੀਂ ਕਿ ਹਰ ਸੂਬੇ ਵਿੱਚ ਉਹਨਾਂ ਦੀ ਬੁਨਿਆਦੀ ਤਾਲੀਮ ਉਹਨਾਂ ਦੀ ਆਪਣੀ ਜ਼ਬਾਨ ਤੋਂ ਹੋ ਰਹੀ ਹੈ। ਠੀਕ ਹੈ, ਲੇਕਿਨ ਸਾਡੇ ਪੰਜਾਬ ਵਿੱਚ ਸਾਡੀ ਬੁਨਿਆਦੀ ਤਾਲੀਮ ਸਾਡੀ ਜ਼ਬਾਨ ਤੋਂ
ਨਹੀਂ ਹੋ ਰਹੀ। ਇਸ ਕਰਕੇ ਅਸੀਂ ਬਹੁਤ ਪਿੱਛੇ ਹਾਂ ਆਪਣੀ ਜ਼ਬਾਨ ਦੇ ਵਿੱਚ। ਤੇ ਜਿਹੜੇ ਇਦਾਰੇ ਨੇ, ਇਹਦੇ ਮੁਕਾਬਲੇ ਹੁੰਦੇ ਨੇ ਕਿ ਤੁਸੀਂ ਕਿਵੇਂ ਕੋਈ ਪੰਜਾਬੀ ਸ਼ਾਇਰੀ ਜਾਂ ਪੰਜਾਬੀ ਡੈਕਲੇਮੇਸ਼ਨ ਜਿਹੜੇ ਤਕਰੀਰਾਂ ਮੁਕਾਬਲੇ ਹੁੰਦੇ ਨੇ, ਉਹਦੀ ਤਾਦਾਦ ਬਹੁਤ ਥੋੜ੍ਹੀ ਹੋਏਗੀ। ਉਹਦੀ ਵਜ੍ਹਾ ਇਹੀ ਹੈ ਕਿ ਉਹਨਾਂ 'ਤੇ ਕੰਮ ਨਹੀਂ ਹੋ ਰਿਹਾ, ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਹੋ ਰਹੀ। ਮੈਂ ਇੱਕ ਜਗ੍ਹਾ ਦੇ ਮੁਕਾਬਲੇ ਜੱਜ ਗਿਆ, ਉੱਥੇ ਇੱਕ ਬੱਚਾ ਸੀ ਸਿਰਫ ਪੰਜਾਬੀ ਦਾ, ਬਾਕੀ ਸਾਰੇ ਉਰਦੂ ਦੇ, ਅੰਗਰੇਜ਼ੀ ਦੇ। ਮੈਨੂੰ ਕੋਈ ਮਸਲਾ ਨਹੀਂ ਕਿ ਅੰਗਰੇਜ਼ੀ ਉਰਦੂ ਹੋਵੇ ਨਾ ਹੋਵੇ, ਲੇਕਿਨ ਪੰਜਾਬੀ ਜਿਹੜੀ ਸਾਡੀ ਜ਼ੁਬਾਨ ਹੈ, ਸਾਡੀ ਮਾਂ ਬੋਲੀ ਹੈ, ਉਹ ਵੀ ਤਾਂ ਹੋਣੀ ਚਾਹੀਦੀ ਹੈ ਨਾ। ਉਹਨੂੰ ਵੀ ਅਸੀਂ ਨਹੀਂ ਭੁੱਲਣਾ, ਕਿਉਂਕਿ ਸਾਡਾ ਜ਼ਿਆਦਾਤਰ ਆਬਾਦੀ ਪੰਜਾਬ ਹੈ, ਪੰਜਾਬੀ ਹੈ, ਅਤੇ ਪੰਜਾਬੀ ਜ਼ੁਬਾਨ ਨੂੰ ਲੈ ਕੇ ਚੱਲਣਾ। ਹੁਣ ਇਹਦੇ ਵਿੱਚ ਕੰਮ ਕੀ ਕਰਨਾ ਚਾਹੀਦਾ ਹੈ ਕਿ ਹਕੂਮਤ ਉਸ ਨੂੰ ਸਪੋਰਟ ਕਰੇ, ਪੰਜਾਬੀ ਸਿਲੇਬਸ ਨੂੰ ਸ਼ੁਰੂ ਤੋਂ ਲੈ ਕੇ ਕਮ ਸੇ ਕਮ 10ਵੀਂ ਤੀਕਰ ਜਾਂ 12ਵੀਂ ਤੀਕਰ ਤੋਂ ਉਹਨੂੰ ਲਾਗੂ ਕਰੇ ਨਾ, ਕਿ ਇੱਕ ਸਬਜੈਕਟ ਹੋਵੇ ਪੰਜਾਬੀ ਦਾ ਜਿਹਨੂੰ ਬੱਚੇ ਪੜ੍ਹਨ। ਹੁਣ ਅੱਜ ਕੱਲ੍ਹ ਮਾਂ ਪਿਓ ਵੀ ਬੱਚੇ ਕਰਨ ਦਾ ਖਬਰਦਾਰ, ਪੰਜਾਬੀ 'ਚ ਗੱਲ ਨਹੀਂ ਕਰਨੀ, ਡੋਂਟ ਟਾਕ ਮੀ ਵਿਦ ਪੰਜਾਬੀ ਇਨ ਪੰਜਾਬੀ। ਸਕੂਲਾਂ ਜਾਓਗੇ ਤੇ ਉਸਤਾਦ ਮਨਾ ਕਰ ਰਿਹਾ ਹੋਏਗਾ, ਜੇ ਕਿਸੇ ਨੇ ਪੰਜਾਬੀ 'ਚ ਗੱਲ ਕੀਤੀ ਤਾਂ ਮੈਂ ਉਹਨੂੰ ਕੁੱਟਾਂਗੀ। ਤੇ ਆਪ ਬੇਸ਼ੱਕ ਪੰਜਾਬੀ ਬੋਲ ਬੋਲ ਕੇ ਕਿਸੇ ਨਾਲ ਗੱਲਾਂ ਕਰ ਰਹੇ ਹੋਣਗੇ, ਲੱਦਾ ਜਦੋਂ ਬੰਦਾ ਗੁੱਸੇ 'ਚ ਆਉਂਦਾ ਉਦੋਂ ਪੰਜਾਬੀ ਬੋਲ ਰਿਹਾ ਹੁੰਦਾ, ਤੁਹਾਨੂੰ ਵੀ ਪਤਾ ਹੈ। ਕਹਿੰਦੇ ਨੇ ਪੰਜਾਬੀ 'ਚ ਗਾਲਾਂ ਦਾ ਸਵਾਦ ਬੜਾ ਹੁੰਦਾ ਹੈ, ਅਸੀਂ ਸਿਰਫ ਪੰਜਾਬੀ ਨੂੰ ਗਾਲਾਂ ਤੱਕ ਮਹਿਸੂਸ ਕਰ ਲਿਆ। ਬਿਲਕੁਲ ਠੀਕ ਹੈ। ਅੱਛਾ ਬਜ਼ੁਰਗ ਸਾਹਿਬ, ਮੈਨੂੰ ਇਹ ਵੀ ਦੱਸੋ ਕਿ ਤੁਸੀਂ ਹੁਣ ਦੂਜੀ ਵਾਰੀ 골ਡ ਮੈਡਲ ਜਿੱਤਿਆ ਪੰਜਾਬੀ ਮੁਕਾਬਲਾ ਜਾਤ ਵਿੱਚ, ਕੁਛ ਲਿਖਿਆ ਤੁਸੀਂ ਜਾਂ ਤੁਸੀਂ ਕੁਛ ਸੁਣਾਉਣਾ ਚਾਹੁੰਦੇ ਹੋ? ਮੈਨੂੰ ਤੁਹਾਡੀ ਜਿਹੜੀ ਤੁਸੀਂ ਮੈਨੂੰ ਕਹਿ ਰਹੇ ਸੀ ਨਜ਼ਮ ਯਾਦ ਆ ਗਈ, ਜਿਹੜੀ ਉਸ ਟਾਈਮ ਲਿਖੀ ਸੀ, ਉਹ ਅੱਜ ਦੇ ਦੌਰ ਤੇ ਬਿਲਕੁਲ ਫਿੱਟ ਆ ਰਹੀ ਹੈ। ਠੀਕ ਹੈ ਜੀ। ਮੈਂ ਲਿਖਿਆ ਤਾਂ ਉਦੋਂ ਸੀ, ਅੱਛਾ ਜੀ, ਲੇਕਿਨ ਅੱਜ ਵੀ ਫਿੱਟ ਆ ਰਹੀ ਹੈ। ਉਹ ਸੀ ਕਿ ਐਨਾ ਆਵੇ ਬਿਜਲੀ ਬਿੱਲ। ਠੀਕ ਹੈ, ਤੁਹਾਡਾ ਵੀ ਆਉਂਦਾ ਹੋਏਗਾ, ਅੱਜ ਕੱਲ੍ਹ ਕਿੰਨਾ ਆ ਰਿਹਾ? ਅਜੇ ਆਇਆ ਨਹੀਂ। ਐਨਾ ਆਵੇ ਬਿਜਲੀ ਬਿੱਲ ਕਰ ਦਿੱਤਾ ਹੈ ਸਾਨੂੰ ਕਿੱਲ। ਹਾਏ ਹਾਏ। ਐਨਾ ਆਵੇ ਬਿਜਲੀ ਬਿੱਲ ਕਰ ਦਿੱਤਾ ਹੈ ਸਾਨੂੰ ਕਿੱਲ, ਜੇਕਰ ਮੇਰੇ ਵੱਸ ਹੁੰਦਾ ਤੈਨੂੰ ਲੈਂਦਾ ਆਪੇ ਮਿਲ। ਜੇਕਰ ਮੇਰੇ ਵੱਸ ਹੁੰਦਾ ਤੈਨੂੰ ਲੈਂਦਾ ਆਪੇ ਮਿਲ। ਸਾਰੇ ਖਾਊ ਬੇਲੀ ਨੇ, ਸਾਰੇ ਖਾਊ ਬੇਲੀ ਨੇ, ਸਭ ਨੇ ਲਾਈ ਸਾਡੀ ਛਿੱਲ। ਸਾਰੇ ਖਾਊ ਬੇਲੀ ਨੇ, ਸਭ ਨੇ ਲਾਈ ਸਾਡੀ ਛਿੱਲ। ਸਾਡੀ ਕਿਹੜੀ ਦੌਲਤ ਹੈ, ਸਾਡੀ ਕਿਹੜੀ ਦੌਲਤ ਹੈ, ਦੱਸੋ ਸਾਡੀ ਕਿਹੜੀ ਵਿਲ। ਵਸੀਅਤ, ਸਾਡੀ ਕਿਹੜੀ ਦੌਲਤ ਹੈ, ਦੱਸੋ ਸਾਡੀ ਕਿਹੜੀ ਵਿਲ। ਤੇ ਆਖਰੀ ਸ਼ੇਰ ਹੈ ਕਿ ਮੈਂ ਵੀ ਯੂਕੇ ਜਾਣਾ ਹੈ। ਸਾਡੀ ਖਾਹਿਸ਼ ਚੈੱਕ ਕਰੋ ਕਿ ਮੈਂ ਵੀ ਯੂਕੇ ਜਾਣਾ ਹੈ, ਨਿਊ ਲੱਗਦਾ ਇੱਥੇ ਦਿਲ। ਕੀ ਗੱਲ? ਮੈਂ ਵੀ ਯੂਕੇ ਜਾਣਾ ਹੈ, ਨਿਊ ਲੱਗਦਾ ਇੱਥੇ ਦਿਲ। ਇਹ ਸੀ ਮੇਰਾ ਪਹਿਲਾ ਜਿਹੜਾ ਮੈਂ ਤੁਹਾਨੂੰ ਸੁਣਾਇਆ। ਤੇ ਆਖਰੀ ਇਸ ਪੂਰੇ ਪ੍ਰੋਗਰਾਮ ਵਿੱਚ ਤੁਸੀਂ ਜਿਹੜੀ ਆਡੀਅנס ਨੂੰ, ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੋਗੇ ਪੰਜਾਬੀ ਬਾਰੇ? ਤੇ ਮੁਕਾਬਲਾ ਜਾਤ ਦੇ ਵਿੱਚ ਅਗਰ ਕੋਈ ਆਉਣਾ ਚਾਹ ਰਹੇ ਨੇ, ਕੀ ਕਹੋਗੇ ਉਹਨਾਂ ਨੂੰ? ਪੈਗਾਮ ਤਾਂ ਉਹਨਾਂ ਨੂੰ WhatsApp 'ਤੇ ਦੇ ਦਿਆਂਗਾ, ਵੈਸੇ ਮੈਂ ਇੱਥੇ ਵੀ ਦੇ ਦੇਣਾ। ਪੈਗਾਮ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਪੰਜਾਬੀ 'ਚ ਲਿਖਣਾ ਸ਼ੁਰੂ ਕਰੋ, ਕਮ ਅਜ਼ ਕਮ, ਨਹੀਂ ਕਿ ਪੰਜਾਬੀ ਨੂੰ ਪ੍ਰਮੋਟ ਕਰੋ ਆਪਣੇ ਤੌਰ 'ਤੇ, ਕਿਉਂਕਿ ਹਕੂਮਤਾਂ ਜਿਹੜੀਆਂ ਨੇ ਇਹ ਤਾਂ ਉਸ ਪਾਸੇ ਆ ਨਹੀਂ ਰਹੀਆਂ। ਇਸ ਕਰਕੇ ਆਪਣੀ ਜ਼ਬਾਨ ਨੂੰ ਬਚਾਉਣ ਵਾਸਤੇ ਸਾਨੂੰ ਆਪ ਹੀ ਅੱਗੇ ਆਉਣਾ ਪਏਗਾ। ਕੋਸ਼ਿਸ਼ ਕਰੋ, ਇhtਜਾਜ ਕਰੋ, ਤਾਂ ਕਿ ਹਕੂਮਤ ਦੇ ਕੰਨ ਤੱਕ ਤੁਹਾਡੀ ਗੱਲ ਜਿਹੜੀ ਉਹ ਅਪੜ ਸਕੇ। ਇਸ ਕਰਕੇ ਤੁਸੀਂ ਆਪਣਾ ਹੱਕ ਲੈ ਸਕਦੇ ਹੋ, ਵਰਨਾ ਇਹ ਸੁੱਤੇ ਨੇ, ਇਹਨਾਂ ਨੇ ਸੁੱਤੇ ਹੀ ਰਹਿਣਾ, ਕੁਛ ਕਰਨਾ ਨਹੀਂ। ਤੇ ਮੇਰੇ ਜਿਹੜੇ ਤਾਲੀਮੀ ਅਦਾਰੇ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ, ਪੈਗਾਮ ਹੈ ਕਿ ਮਿਹਰਬਾਨੀ ਕਰਕੇ ਤੁਸੀਂ ਵੀ ਥੋੜ੍ਹਾ ਜਿਹਾ ਆਪਣਾ ਅਸਰਾ ਕਰੋ, ਕਿਉਂਕਿ ਜਿਹੜੀ ਤਾਲੀਮੀ ਅਦਾਰੇ ਹੁੰਦੇ ਨੇ ਇਹਨਾਂ ਦੀ ਇੱਕ ਹੁੰਦੀ ਹੈ ਫਾਊਂਡੇਸ਼ਨ ਹੁੰਦੀ ਹੈ, ਇਹ ਵੀ ਬੜੇ ਰਲ ਕੇ ਅਗਰ ਜੁੜ ਕੇ ਤੁਰਨਗੇ, ਜਿਸ ਤਰ੍ਹਾਂ ਤੁਸੀਂ ਕਾਸਿਮ ਅਲੀ ਸ਼ਾਹ ਫਾਊਂਡੇਸ਼ਨ ਸਾਹਿਬ ਦੇ ਕੰਮ ਕਰਦੇ ਹੋ, ਤੁਸੀਂ ਵੀ ਰਿਕੁਐਸਟ ਕਰ ਸਕਦੇ ਹੋ, ਤੁਹਾਡਾ ਵੀ ਇੱਕ ਥੋੜ੍ਹਾ ਜਿਹਾ ਰੂਪ ਤਾਂ ਹੈ ਨਾ, ਤੁਸੀਂ ਵੀ ਕਹਿ ਸਕਦੇ ਹੋ ਕਿ ਜਨਾਬ ਪੰਜਾਬੀ ਲੈਂਗੁਏਜ, ਪੰਜਾਬੀ ਜ਼ਬਾਨ ਜਿਹੜੀ ਸਾਡੀ ਜ਼ਬਾਨ ਮਰਦੀ ਜਾ ਰਹੀ ਹੈ, ਤੇ ਉਹਨੂੰ ਅੱਗੇ ਲਿਆਉਣ ਵਾਸਤੇ ਕੰਮ ਕਰਨਾ ਚਾਹੀਦਾ। ਇਸ ਕਰਕੇ ਅਸੀਂ ਅੱਗੇ ਆ ਸਕਦੇ ਹਾਂ ਬਹੁਤ। ਇਹਦੇ ਪੰਜਾਬੀ ਅਦਬ ਬਹੁਤ, ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਬਾ ਫਰੀਦ, ਬੜੇ ਵੱਡੇ ਨਾ, ਸੁਲਤਾਨ ਬਾਹੂ, ਕਿੱਥੋਂ ਸ਼ੁਰੂ ਹੋ ਰਹੀ ਹੈ। ਤੇ ਅਸੀਂ ਅਗਰ ਉਹਨਾਂ ਨੂੰ ਭੁੱਲ ਜਾਵਾਂਗੇ, ਉਹ ਕਹਿੰਦਾ ਨਾ ਕਿ ਮਾਂ ਬੋਲੀ ਜੇ ਭੁੱਲ ਜਾਓਗੇ, ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁੱਲ ਜਾਓਗੇ। ਹਾਏ ਹਾਏ, ਇਹ ਫਿਰ ਇੰਝ ਹੀ ਹੈ। ਕੀ ਕਹਿਣਾ, ਵਾਹ। ਗੱਲਾਂ ਬਾਤਾਂ ਤੁਸੀਂ ਸੁਣੀਆਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।